ਹੈਲੋ एवरीवन ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਅਸੀਂ ਆਫਲਾਈਨ ਬੈਚ ਜਿਹੜਾ ਸ਼ੁਰੂ ਕਰਨ ਲੱਗੇ ਹਾਂ 17 ਤਰੀਕ ਤੋਂ ਉਸ ਦੀ ਡਿਟੇਲਸ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਕਸੈਸ ਮੰਤਰਾ ਪਿਛਲੇ 1 ਸਾਲ ਤੋਂ ਤੁਹਾਨੂੰ ਆਨਲਾਈਨ ਪੜ੍ਹਾ ਰਿਹਾ ਹੈ YouTube ਦੇ ਮਾਧਿਅਮ ਨਾਲ, ਨਾਲੇ ਸਾਡੇ ਜਿਹੜੇ ਪੇਡ ਕੋਰਸ ਨੇ ਉਹਨਾਂ ਨਾਲ, ਠੀਕ ਹੈ। ਔਰ YouTube ਦੇ ਉੱਤੇ ਵੀ ਅਸੀਂ ਕੋਆਪਰੇਟਿਵ ਇੰਸਪੈਕਟਰ ਦਾ ਫ੍ਰੀ ਕੋਰਸ ਲਾਇਆ ਸੀਗਾ। ਉਸ ਤੋਂ ਬਾਅਦ ਅਸੀਂ ਮੈਗਾ ਸੈਸ਼ਨ ਵੀ ਲਏ ਆਪਣੇ ਕੋਆਪਰੇਟਿਵ ਇੰਸਪੈਕਟਰ ਦੇ ਲਈ, ਨਾਇਬ ਤਹਿਸੀਲਦਾਰ ਦੇ ਲਈ ਵੀ ਅਸੀਂ ਮੈਗਾ ਸੈਸ਼ਨ ਲਏ ਸੀਗੇ। ਤਾਂ ਹੁਣ ਅਸੀਂ ਆਫਲਾਈਨ ਆ ਚੁੱਕੇ ਹਾਂ ਦੋਸਤੋ ਚੰਡੀਗੜ੍ਹ ਦੇ ਵਿੱਚ। ਤੁਹਾਨੂੰ ਮੈਂ ਇੱਕ ਵਾਰ ਪਹਿਲਾਂ ਐਡਰੈਸ ਲਿਖਵਾਉਣਾ ਚਾਹੂੰਗਾ ਇੱਥੇ, ਚੰਡੀਗੜ੍ਹ ਸੈਕਟਰ 25, ਠੀਕ ਹੈ ਜੀ। ਪੰਜਾਬ ਸਕਸੈਸ ਮੰਤਰਾ ਦਾ ਜਿਹੜਾ ਆਫਿਸ ਹੈ ਉਹ ਸੈਕਟਰ 25 ਦੇ ਵਿੱਚ ਹੈ, ਸੈਕਟਰ 25D ਚੰਡੀਗੜ੍ਹ ਦੇ ਵਿੱਚ ਹੈ। ਪੰਜਾਬ ਕੇਸਰੀ ਬਿਲਡਿੰਗ ਹੈ ਜੀ, ਪੰਜਾਬ ਕੇਸਰੀ ਬਿਲਡਿੰਗ, ਇਹ ਲੈਂਡਮਾਰਕ ਹੈ। ਇਸ ਦੇ ਪਹਿਲੇ ਫਲੋਰ ਤੇ ਹੈ ਜੀ ਸਾਡਾ ਆਫਿਸ, ਠੀਕ ਹੈ ਜੀ। ਇੱਥੇ ਅਸੀਂ ਹੁਣ ਆਪਣਾ ਆਫਲਾਈਨ ਬੈਚ ਸ਼ੁਰੂ ਕਰ ਰਹੇ ਹਾਂ ਕਿਉਂਕਿ ਕਾਫੀ ਸਟੂਡੈਂਟ ਅਜਿਹੇ ਸੀਗੇ ਕਿ ਆਨਲਾਈਨ ਤੁਸੀਂ ਪੜ੍ਹ ਤਾਂ ਸਕਦੇ ਹੋ ਬਟ ਜਿਹੜੀ ਇੰਟਰੈਕਸ਼ਨ ਹੁੰਦੀ ਹੈ ਟੀਚਰ ਦੇ ਨਾਲ, ਜਾਂ ਫਿਰ ਇਹ ਕਹਿ ਸਕਦੇ ਹੋ ਕਿ ਤੁਹਾਡੇ ਜਿਹੜੇ ਡਾਊਟ ਨੇ, ਜਿਹੜੇ ਤੁਸੀਂ ਬੈਠ ਕੇ ਡਾਊਟ ਸੋਲਵ ਕਰਨੇ ਨੇ, ਉਹ ਗੱਲ ਹੀ ਵੱਖਰੀ ਹੈ, ਠੀਕ ਹੈ। ਘਰ ਬੈਠ ਕੇ ਜਿਹੜਾ ਪੜ੍ਹਨਾ ਹੁੰਦਾ ਉਹ ਤਾਂ ਹੈ ਹੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਆਨਲਾਈਨ ਬੁਰੀ ਚੀਜ਼ ਹੈ, ਬਟ ਆਨਲਾਈਨ ਵੀ ਬਹੁਤ ਵਧੀਆ ਚੀਜ਼ ਹੈ ਅਗਰ ਘਰ ਬੈਠ ਕੇ ਤੁਸੀਂ ਪੜ੍ਹ ਰਹੇ ਹੋ ਵਧੀਆ এনवायरमेंट ਦੇ ਵਿੱਚ। ਬਟ ਅਗਰ ਤੁਸੀਂ ਆਫਲਾਈਨ ਪੜ੍ਹਦੇ ਹੋ ਤਾਂ ਤੁਹਾਨੂੰ ਪ੍ਰੋਪਰ এনवायरमेंट ਮਿਲਦਾ ਹੈ ਕਿਉਂਕਿ ਤੁਸੀਂ ਨਾਲ ਦੇ ਸਟੂਡੈਂਟਸ ਦੇ ਨਾਲ ਵੀ ਮਿਲੋਗੇ, ਆਪਣੇ ਕਲਾਸ ਦੇ ਬੱਚਿਆਂ ਨਾਲ ਮਿਲੋਗੇ, ਤੁਹਾਨੂੰ ਪਤਾ ਲੱਗੇਗਾ ਕਿ ਹਾਂ ਵੀ ਇਹ ਬੱਚੇ ਵੀ ਤਿਆਰੀ ਕਰ ਰਹੇ ਨੇ, ਉਹਨਾਂ ਦੀ ਵੀ ਤੁਹਾਨੂੰ ਗਾਈਡੈਂਸ ਮਿਲੂਗੀ ਕਿ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਰਨੀ ਹੈ ਨਾ। ਇੱਕ ਗਰੁੱਪ ਜਿਹਾ ਬੰਦਾ ਹੁੰਦਾ ਜਿਹਦੇ ਨਾਲ ਕੀ ਹੁੰਦਾ, ਤਿਆਰੀ ਨਾਲ ਤੁਹਾਨੂੰ ਇੱਕ ਵਧੀਆ ਬੂਸਟ ਮਿਲਦਾ ਹੈ। ਤਾਂ ਇਸ ਲਈ ਮੈਂ ਅੱਜ ਦੀ ਕਲਾਸ ਦੇ ਵਿੱਚ ਪੂਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਫਲਾਈਨ ਬੈਚ ਜਿਹੜਾ ਉਹ ਰਨ ਕਰਨਾ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਬੱਚੇ, ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਬੈਚ ਜਿਹੜਾ ਹੈ ਕਿਹੜੇ ਐਗਜ਼ਾਮਸ ਨੂੰ ਕਵਰ ਕਰੇਗਾ, ਠੀਕ ਹੈ। ਇਸ ਦੇ ਵਿੱਚ ਜਿਹੜੇ ਐਗਜ਼ਾਮ ਹੋਣਗੇ, ਜਿਵੇਂ ਪੰਜਾਬ ਦੇ ਐਗਜ਼ਾਮ ਦੀ ਗੱਲ ਕਰਾਂ, ਸਭ ਤੋਂ ਪਹਿਲਾ ਐਗਜ਼ਾਮ ਹੈਗਾ ਸਾਡਾ ਐਕਸਾਈਜ਼ ਇੰਸਪੈਕਟਰ ਦਾ, ਠੀਕ ਹੈ। ਐਕਸਪੈਕਟਡ ਹੈ ਕਿ ਪੇਪਰ ਜਿਹੜਾ ਹੈ 3rd ਵੀਕ ਆਫ ਨਵੰਬਰ ਨੂੰ ਹੋਏਗਾ, 3rd ਵੀਕ ਆਫ ਨਵੰਬਰ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਪੇਪਰ ਹੈਗਾ ਜੀ ਪੀਪੀਐਸਸੀ ਸੀਨੀਅਰ ਅਸਿਸਟੈਂਟ ਦਾ, ਐਕਸਪੈਕਟਡ ਹੈ ਪੇਪਰ ਜਨਵਰੀ ਨੂੰ ਕੰਡਕਟ ਕਰਵਾਇਆ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਸਾਡਾ ਪੇਪਰ ਆਉਣਗੇ PSSB ਦੇ ਐਗਜ਼ਾਮ, ਕੁਝ ਐਗਜ਼ਾਮ ਆਏ ਹੋਏ ਨੇ ਔਰ ਐਕਸਪੈਕਟਡ ਹੈ ਕਿ ਅਗਲੇ ਸਾਲ ਵੀ ਕੁਝ ਪੇਪਰ ਹੋਣਗੇ, ਠੀਕ ਹੈ। ਇਸ ਤੋਂ ਇਲਾਵਾ PSPCL ਦੇ ਪੇਪਰ ਹੋਣਗੇ, ਠੀਕ ਹੈ ਨਾ। ਇਹ ਤਾਂ ਹਰ ਸਾਲ ਹੀ ਪੇਪਰ ਨਿਕਲਦੇ ਹੁੰਦੇ ਨੇ, ਕਲੈਰੀਕਲ ਲੈਵਲ ਦੀਆਂ ਪੋਸਟਾਂ ਹੁੰਦੀਆਂ ਨੇ ਜਿਹੜੀਆਂ, ਠੀਕ ਹੈ। ਅਪਾਰਟ ਫਰਮ ਦੈਟ ਸਭ ਤੋਂ ਵੱਡੀ ਚੀਜ਼ ਜਿਹੜੀ ਪੰਜਾਬ ਪੁਲਿਸ ਦੇ ਐਗਜ਼ਾਮ, ਜਿਹਦੇ ਵਿੱਚ ਮੈਂ ਗੱਲ ਕਰਾਂ सब इंस्पेक्टर का पेपर है, ठीक है। सब इंस्पेक्टर के पेपर के नाल कांस्टेबल का पेपर है जी, ठीक है। ਇਹਦੇ ਬਾਰੇ ਵੀ ਨੋਟੀਫਿਕੇਸ਼ਨ ਆਈ ਸੀਗੀ, ਤਾਂ ਹੁਣ ਇਹਦੇ ਵੀ ਪੇਪਰ ਹੋਣਗੇ। ਤਾਂ ਐਕਸਪੈਕਟ ਇਹ ਹੈ ਕਿ ਅਗਲੇ ਸਾਲ ਜਨਵਰੀ ਫਰਵਰੀ ਤੱਕ ਤੁਹਾਨੂੰ ਇਸ ਦੇ ਪੇਪਰ ਵੀ ਦੇਖਣ ਨੂੰ ਮਿਲ ਜਾਣਗੇ, ਠੀਕ ਹੈ। ਅਪਾਰਟ ਫਰਮ ਦੈਟ ਅਗਰ ਤੁਸੀਂ ਮੰਨ ਲਓ ਕੋਈ ਨੈਸ਼ਨਲ ਲੈਵਲ ਦੇ ਐਗਜ਼ਾਮ ਦੀ ਵੀ ਤਿਆਰੀ ਕਰ ਰਹੇ ਹੋ, ਜਿਵੇਂ ਮੰਨ ਲਓ ਫੂਡ ਕਾਰਪੋਰੇਸ਼ਨ ਆਫ ਇੰਡੀਆ ਦਾ ਪੇਪਰ ਹੈ, ਠੀਕ ਹੈ, ਜਾਂ ਫਿਰ ਹੋਰ ਵੀ ਜਿਵੇਂ ਐਗਜ਼ਾਮ ਹੁੰਦੇ ਨੇ, ਛੋਟੇ ਮੋਟੇ ਐਗਜ਼ਾਮ ਸਾਡੇ ਆਉਂਦੇ ਰਹਿੰਦੇ ਨੇ, ਰੇਲਵੇ ਵਗੈਰਾ ਦਾ ਇੱਕ ਪੇਪਰ ਆਉਂਦਾ ਰਹਿੰਦਾ, ਤਾਂ ਉਸ ਦਾ ਜਿਹੜਾ ਸਿਲੇਬਸ ਹੁੰਦਾ ਹੈ ਉਹ ਵੀ ਆਲਮੋਸਟ ਕੀ ਹੁੰਦਾ, ਸਾਡਾ ਸੇਮ ਹੁੰਦਾ, ਠੀਕ ਹੈ ਨਾ। ਐਸਐਸਸੀ ਦੇ ਪੇਪਰ ਹੋ ਗਏ, ਬੈਂਕਿੰਗ ਦੇ ਛੋਟੇ ਲੈਵਲ ਦੇ ਪੇਪਰ ਹੋ ਗਏ, ਸਿਲੇਬਸ ਸਾਰਿਆਂ ਦਾ ਕੀ ਹੁੰਦਾ, ਸੇਮ। ਤਾਂ ਉਹ ਸਾਰੇ ਐਗਜ਼ਾਮ ਦੇ ਲਈ ਅਸੀਂ ਇਕੱਠੇ ਤੁਹਾਨੂੰ ਤਿਆਰੀ ਕਰਵਾਉਣ ਵਾਲੇ ਹਾਂ, ਠੀਕ ਹੈ, ਕਿਉਂਕਿ ਸਿਲੇਬਸ ਸੇਮ ਹੈ। ਔਰ ਸਾਡੇ ਕੁਆਲਿਟੀ ਦਾ ਤੁਹਾਨੂੰ ਪਤਾ ਹੀ ਹੈ, YouTube ਤੇ ਤੁਸੀਂ ਦੇਖਦੇ ਹੁੰਦੇ ਹੋ, ਸਾਡੇ ਕੁਐਸਚਨ ਦੇਖਦੇ ਹੋ, ਸਾਡੇ ਕਨਸੈਪਟ ਕਰਵਾਉਣ ਦਾ ਤਰੀਕਾ ਤੁਸੀਂ ਦੇਖਦੇ ਹੋ। ਸਾਡਾ ਜਿਹੜਾ ਲੈਵਲ ਹੈ ਬਿਲਕੁਲ ਹਾਈ ਲੈਵਲ ਤੇ ਅਸੀਂ ਜਾ ਕੇ ਪੜਾਉਂਦੇ ਹਾਂ, ਬਿਲਕੁਲ ਬੇਸਿਕ ਤੋਂ ਸ਼ੁਰੂ ਕਰਦੇ ਹੈਗੇ ਆ, ਮਤਲਬ ਹਰ ਤਰ੍ਹਾਂ ਦਾ ਲੈਵਲ ਸਾਡੇ ਕੋਲ ਅਵੇਲੇਬਲ ਹੈ, ਠੀਕ ਹੈ ਨਾ। ਤਾਂ ਉਸੇ ਤਰੀਕੇ ਨਾਲ ਹੀ ਇਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਬੈਚ ਇੱਕ ਸ਼ੁਰੂ ਕਰਨ ਜਾ ਰਹੇ ਹਾਂ। ਉਸ ਦੀ ਅਗਰ ਮੈਂ ਡਿਟੇਲਸ ਦੀ ਗੱਲ ਕਰਾਂ ਦੋਸਤੋ ਬੈਚ ਦੀ, ਤਾਂ ਜਿਹੜਾ ਬੈਚ ਹੈਗਾ ਉਹ ਸਟਾਰਟ ਹੋ ਰਿਹਾ 17 ਸਤੰਬਰ ਨੂੰ। ਬੈਚ ਜਿਹੜਾ ਅਸੀਂ ਸਟਾਰਟ ਕਰਾਂਗੇ 17 ਸਤੰਬਰ ਨੂੰ ਸਟਾਰਟ ਕਰਾਂਗੇ, ਠੀਕ ਹੈ। ਔਰ ਜਿਹੜਾ ਸਾਡਾ ਆਫਲਾਈਨ ਬੈਚ ਹੈਗਾ ਉਹਦੀ ਜਿਹੜੀ ਐਂਡ ਡੇਟ ਹੈਗੀ ਹੈ 24 ਨਵੰਬਰ, ਠੀਕ ਹੈ। ਯਾਨੀ ਕਿ 2-2.5 ਮਹੀਨੇ ਦਾ ਸਾਡਾ ਬੈਚ ਹੈਗਾ ਟੋਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਡੇਲੀ 5 ਤੋਂ 6 ਘੰਟੇ ਕਲਾਸ ਦੇਵਾਂਗੇ। ਪਲੱਸ ਸਾਡੇ ਕੋਲ ਲਾਇਬ੍ਰੇਰੀ ਦੀ ਫੈਸਿਲਿਟੀ ਵੀ ਹੈ ਕਿ ਜਿੱਦਾਂ ਤੁਸੀਂ ਕਲਾਸ ਲਗਾਈਏ, ਤੁਸੀਂ ਆਪਣਾ ਪੜ੍ਹਨਾ ਹੈ, ਲਾਇਬ੍ਰੇਰੀ 'ਚ ਬੈਠ ਕੇ ਪੜ੍ਹ ਸਕਦੇ ਹੋ, ਕੋਈ ਰੋਕ ਟੋਕ ਨਹੀਂ ਹੋਏਗੀ ਉਹਦੇ ਵਿੱਚ, ਠੀਕ ਹੈ। ਵਾਈਫਾਈ ਤੁਹਾਨੂੰ ਅਵੇਲੇਬਲ ਹੋਏਗਾ ਉਹਦੇ ਵਿੱਚ। ਪਲੱਸ ਅਗਰ ਮੈਂ ਫੀਸ ਦੀ ਗੱਲ ਕਰਾਂ ਤਾਂ ਆਫਲਾਈਨ ਜਿਹੜਾ ਬੈਚ ਹੋਵੇਗਾ ਉਸਦੀ ਫੀਸ ਰਹੇਗੀ 5000 ਰੁਪਏ, 4999, ਠੀਕ ਹੈ। ਬਿਲਕੁਲ ਨੋਮੀਨਲ ਫੀਸ ਹੈ। ਅਗਰ ਤੁਸੀਂ ਚੰਡੀਗੜ੍ਹ ਵਿਜ਼ਿਟ ਵੀ ਕਰਦੇ ਹੋ, ਤੁਹਾਨੂੰ ਕੋਈ ਵੀ ਇੰਸਟੀਚਿਊਟ ਇੰਨੀ ਫੀਸ ਦੇ ਵਿੱਚ ਕੋਰਸ ਕਵਰ ਨਹੀਂ ਕਰਵਾਏਗਾ, ਠੀਕ ਹੈ। ਔਰ ਅੱਗੇ ਜਾ ਕੇ ਮੈਂ ਦੱਸੂਗਾ ਵੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਕੋਰਸ ਰਨ ਕਰਨਾ ਹੈ, ਠੀਕ ਹੈ। ਬਾਕੀ ਅਗਰ ਤੁਹਾਨੂੰ ਕੋਈ ਵੀ ਇਸ਼ੂ ਹੁੰਦਾ ਹੈ ਤੁਸੀਂ ਇਸ ਨੰਬਰਸ ਤੇ ਕਾਲ ਕਰ ਸਕਦੇ ਹੋ, ਤੁਹਾਨੂੰ ਪੂਰੀ ਡਿਟੇਲਸ ਦੇ ਦਿੱਤੀ ਜਾਏਗੀ, ਠੀਕ ਹੈ। ਇਹ ਸਾਡਾ ਅਫੀਸ਼ੀਅਲ ਨੰਬਰ ਹੈਗਾ
और आ वाला नंबर जो है वो मेरा पर्सनल नंबर है दोस्तों, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ। ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੋਰਸ ਨੂੰ ਅਸੀਂ ਰਨ ਕਰਨਾ, ਪੂਰਾ ਸਾਡਾ ਟਾਈਮ ਟੇਬਲ ਕਿਸ ਤਰੀਕੇ ਨਾਲ ਅਸੀਂ ਚਲਾਵਾਂਗੇ। ਤਾਂ ਟਾਈਮ ਟੇਬਲ ਦੋਸਤੋ ਕੁਝ ਇਸ ਤਰੀਕੇ ਨਾਲ ਤੁਹਾਡੀ ਸਕਰੀਨ ਦੇ ਉੱਤੇ ਆ ਗਿਆ ਹੁਣ, ਆਈ ਹੋਪ ਸਾਰਿਆਂ ਨੂੰ ਵਿਜ਼ੀਬਲ ਹੋਊਗਾ। ਮੈਂ ਸਿਰਫ ਇਹ ਨਹੀਂ ਲਿਖਿਆ ਕਿ ਹਾਂ ਵੀ ਅਸੀਂ ਇਹ ਸਬਜੈਕਟ ਕਰਾਣਾ ਹੈ, ਇਹ ਸਬਜੈਕਟ ਕਰਾਣਾ ਹੈ, ਸਬਜੈਕਟ ਦੇ ਨਾਲ ਟੌਪਿਕ ਵੀ ਲਿਖਿਆ ਹੋਇਆ ਹੈ ਤਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 2.5 ਮਹੀਨੇ ਚ ਸਿਲੇਬਸ ਖਤਮ ਕਿੱਦਾਂ ਹੋਏਗਾ। ਤਾਂ ਦੋਸਤੋ ਇਸ ਤਰੀਕੇ ਨਾਲ ਸਾਡਾ 17 ਤਰੀਕ ਨੂੰ ਅਸੀਂ ਡੇਟ ਰੱਖੀ ਹੋਈ ਹੈ 17 ਸਤੰਬਰ, ਠੀਕ ਹੈ, ਯਾਨੀ ਕਿ ਸੈਟਰਡੇ। ਤਾਂ ਸੈਟਰਡੇ ਨੂੰ ਕੀ ਹੋਏਗਾ ਦੇਖੋ 10 ਤੋਂ ਲੈ ਕੇ 12 ਵਜੇ ਤੱਕ ਤੁਹਾਡੀ ਪਹਿਲੀ ਕਲਾਸ ਹੋਏਗੀ ਮੈਥ ਦੀ, ਜੋ ਕਿ ਇੰਡਕਸ਼ਨ ਕਲਾਸ ਹੋਏਗੀ, ਜਿਸ ਦੇ ਵਿੱਚ ਮੈਂ ਹੀ ਤੁਹਾਨੂੰ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ ਪੂਰਾ ਮੈਥ ਅਸੀਂ ਕਰਨਾ ਹੈਗਾ, ਕਿਹੜੇ ਕਿਹੜੇ ਟੌਪਿਕ ਇੰਪੋਰਟੈਂਟ ਨੇ, ਕਿਹੜਾ ਟੌਪਿਕ ਪਹਿਲਾਂ ਆਉਣਾ ਚਾਹੀਦਾ, ਕਿਹੜਾ ਬਾਅਦ ਵਿੱਚ ਆਉਣਾ ਚਾਹੀਦਾ, ਕਿੱਦਾਂ ਦੇ ਕੁਐਸਚਨ ਕਿੱਦਾਂ ਦੇ ਪੇਪਰ ਦੇ ਵਿੱਚ ਮਿਲਦੇ ਨੇ, ਪਲੱਸ ਪ੍ਰੀਵੀਅਸ ਈਅਰ ਥੋੜਾ ਜਿਹਾ ਐਨਾਲਿਸਿਸ ਕਰਾਂਗੇ ਕਿ ਪਿਛਲੇ ਸਾਲ ਦੇ ਪੇਪਰ ਵਿੱਚ ਕਿੱਦਾਂ ਦੇ ਕੁਐਸਚਨ ਆਏ ਨੇ। ਠੀਕ ਹੈ। ਉਸ ਤੋਂ ਬਾਅਦ ਤੁਹਾਡੀ 12 ਤੋਂ ਲੈ ਕੇ ਪੌਣੇ 2 ਵਜੇ ਤੱਕ, ਯਾਨੀ ਕਿ ਪੌਣੇ 2 ਘੰਟੇ ਦੀ ਕਲਾਸ ਹੋਵੇਗੀ ਪੰਜਾਬ ਜੀਕੇ ਦੀ। ਠੀਕ ਹੈ। ਪੰਜਾਬ ਜੀਕੇ ਤੁਹਾਨੂੰ ਕਰਵਾਉਣਗੇ ਜੁਗੇਸ਼ ਸਰ। ਠੀਕ ਹੈ। ਉਸ ਤੋਂ ਬਾਅਦ 1:45 ਤੋਂ ਲੈ ਕੇ 3:15 ਦੇ ਵਿੱਚ ਤੁਹਾਡੀ ਕਲਾਸ ਹੋਵੇਗੀ ਜੀ ਪੋਲਿਟੀ ਤੇ ਹਿਸਟਰੀ ਦੀ ਇੰਡਕਸ਼ਨ ਕਲਾਸ, ਜਿਹਦੇ ਵਿੱਚ ਸਿਲੇਬਸ ਡਿਸਕਸ ਹੋਣ ਵਾਲਾ ਹੈ। ਠੀਕ ਹੈ। ਔਰ ਇਹ ਕਲਾਸ ਤੁਹਾਨੂੰ ਕਰਵਾਉਣਗੇ ਰੋਹਿਤ ਸਰ। ਠੀਕ ਹੈ। ਸ਼ਾਰਟਕਟ ਨੇਮ ਲਿਖੇ ਹੋਏ ਨੇ ਸੰਦੀਪ ਦੁਬੇ, योगेश शर्मा, रोहित मिड्डा। ठीक है। तो रोहित मिड्डा सर ने ਜਿਹੜੇ ਤੁਹਾਨੂੰ ਪੋਲਿਟੀ ਦੀ ਹਿਸਟਰੀ ਕਰਵਾਉਣਗੇ। ਅਗਲੇ ਦਿਨ ਦੁਬਾਰਾ ਅਗਰ ਦੇਖੋ ਮੰਡੇ ਦੀ ਗੱਲ ਕਰੀਏ, ਸੰਡੇ ਨੂੰ ਤੁਹਾਡਾ ਆਫ ਹੋਏਗਾ। ਠੀਕ ਹੈ। ਬਟ ਸਟਿਲ ਤੁਸੀਂ ਲਾਇਬ੍ਰੇਰੀ ਆ ਸਕਦੇ ਹੋ, ਸੰਡੇ ਨੂੰ ਵੀ ਤੁਸੀਂ ਲਾਇਬ੍ਰੇਰੀ ਆ ਸਕਦੇ ਹੋ, ਓਪਨ ਹੈ ਤੁਹਾਡੇ ਵਾਸਤੇ। ਠੀਕ ਹੈ ਨਾ। ਤਾਂ ਸੰਡੇ ਨੂੰ ਤੁਸੀਂ ਕੀ ਕਰਨਾ ਬੱਚੇ, ਲਾਇਬ੍ਰੇਰੀ ਵਗੈਰਾ ਸਟੱਡੀ ਕਰ ਸਕਦੇ ਹੋ। ਮੰਡੇ ਤੋਂ ਤੁਹਾਡੀ ਇੱਕ ਕਲਾਸ ਹੋਏਗੀ ਸਿਲੇਬਸ ਡਿਸਕਸ਼ਨ ਦੀ, ਇਕਨੋਮੀ ਤੇ ਜਿਓਗ੍ਰਾਫੀ ਬਾਈ ਭੁਪਿੰਦਰ ਸਰ। ਭੁਪਿੰਦਰ ਸਰ ਸਰ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ। ਤੁਹਾਡੇ ਫੇਵਰਿਟ ਸਰ ਨੇ। ਤਾਂ ਭੁਪਿੰਦਰ ਸਰ ਕਲਾਸ ਲੈਣਗੇ, ਇੰਡਕਸ਼ਨ ਕਲਾਸ ਹੋਵੇਗੀ ਸਵੇਰੇ 10 ਵਜੇ। ਉਸ ਤੋਂ ਬਾਅਦ ਪੰਜਾਬ ਜੀਕੇ ਤੁਹਾਡਾ ਸਿਲੇਬਸ ਚੱਲ ਰਿਹਾ ਹੈ ਵਾਲਾ, ਇਹ ਪੰਜਾਬ ਜੀਕੇ ਦੀ ਕਲਾਸ, ਔਰ ਇੱਧਰ ਤੁਹਾਡੀ ਹੁਣ ਰੀਜ਼ਨਿੰਗ ਸ਼ੁਰੂ ਹੋ ਜਾਏਗੀ। ਠੀਕ ਹੈ। ਮਤਲਬ ਸਟਾਰਟ ਜਿਹੜਾ ਸਾਡਾ ਬੈਚ ਹੋਏਗਾ ਨਾ ਬੇਸਿਕਲੀ ਸ਼ੁਰੂ ਹੋਏਗਾ ਟੋਟਲ 20 ਤਰੀਕ ਤੋਂ। ਉਸ ਤੋਂ ਪਹਿਲਾਂ ਇੰਡਕਸ਼ਨ ਕਲਾਸਿਸ ਨੇ 2 ਕਲਾਸਿਸ, ਬਟ ਇਹ 2 ਕਲਾਸਿਸ ਜ਼ਰੂਰ ਦੇਖਣੀਆਂ, ਤੁਹਾਨੂੰ ਇੱਕ ਡਾਇਰੈਕਸ਼ਨ ਮਿਲੂਗੀ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਪੂਰਾ ਦਾ ਪੂਰਾ ਅੱਗੇ ਜਿਹੜਾ ਸਿਲੇਬਸ ਅਸੀਂ ਕਰਵਾਉਣਾ ਤੁਹਾਨੂੰ, ਔਰ ਤੁਸੀਂ ਕਿਸ ਤਰੀਕੇ ਦੇ ਨਾਲ ਪੜ੍ਹਨਾ ਹੈ। ਠੀਕ ਹੈ ਨਾ। ਕਿਉਂਕਿ ਦੇਖੋ ਬੱਚੇ ਪੜ੍ਹਦਾ ਹਰ ਕੋਈ ਹੈ, ਬਟ ਅਗਰ ਇੱਕ ਡਾਇਰੈਕਸ਼ਨ ਦਿੱਤੀ ਜਾਵੇ ਪ੍ਰੋਪਰ, ਅਗਰ ਪ੍ਰੋਪਰ ਡਾਇਰੈਕਸ਼ਨ ਨਾਲ ਪੜਾਇਆ ਜਾਵੇ ਤਾਂ 2-2.5 ਮਹੀਨੇ ਦੇ ਵਿੱਚ ਸਿਲੇਬਸ ਖਤਮ ਹੋ ਸਕਦਾ, ਔਰ ਮੈਂ ਪ੍ਰੂਫ ਕਰਕੇ ਦੱਸੂਗਾ ਇੱਥੇ। ਠੀਕ ਹੈ। ਤਾਂ ਇਸ ਤਰੀਕੇ ਨਾਲ ਤੁਹਾਡਾ 20 ਤਰੀਕ ਤੋਂ ਫਿਰ ਪ੍ਰੋਪਰ ਬੈਚ ਸ਼ੁਰੂ ਹੋਏਗਾ। ਮੈਥ ਦੀ ਪਹਿਲੀ ਕਲਾਸ ਮੈਂਸੂਰੇਸ਼ਨ ਤੋਂ ਸ਼ੁਰੂ ਕਰਾਂਗੇ, 2 ਘੰਟੇ ਦੀ ਕਲਾਸ ਹੋਵੇਗੀ। ਠੀਕ ਹੈ। ਇੱਧਰ ਪੰਜਾਬ ਜੀਕੇ ਚੱਲ ਰਹੀ ਹੈ, ਔਰ ਇੱਧਰ ਤੁਹਾਡੀ ਰੀਜ਼ਨਿੰਗ ਦਾ ਡਾਇਰੈਕਸ਼ਨ, ਕਲੌਕ, ਕੈਲੰਡਰ ਸਾਰੇ ਟੌਪਿਕ ਲਿਖੇ ਹੋਏ ਨੇ। ਠੀਕ ਹੈ। ਔਰ ਇਸੇ ਤਰੀਕੇ ਨਾਲ ਬੈਚ ਚੱਲਦਾ ਜਾਊਗਾ। ਇੱਕ ਸਾਈਡ ਮੈਥ ਦੀ ਕਲਾਸਿਸ ਹੁੰਦੀਆਂ ਰਹਿਣਗੀਆਂ, ਦੇਖੋ ਮੈਂਸੂਰੇਸ਼ਨ 6 ਘੰਟੇ ਲਿਖੇ ਹੋਏ ਨੇ, ਪਰਮੁਟੇਸ਼ਨ, ਕੰਬੀਨੇਸ਼ਨ, ਪ੍ਰੋਬੇਬਿਲਿਟੀ ਹੈ। ਠੀਕ ਹੈ। ਇੱਧਰ ਤੁਹਾਡਾ ਪੰਜਾਬ ਜੀਕੇ ਚੱਲ ਰਿਹਾ ਹੈ, 1700 ਸਿੱਖੀਜ਼ਮ ਦੇ ਬਾਰੇ ਹੈ, 1760 ਤੋਂ 1780, 1780 ਤੋਂ 1849, ਫਰੀडम स्ट्रगल 1947 to 1946, ਆਰਟ ਐਂਡ ਕਲਚਰ 1966 to present। ठीक है। इधर साडा अपना चलता रहूगा रीजनिंग दी क्लासेस, क्योंकि रीजनिंग और मैथ ये दोनों बहुत इंपॉर्टेंट कंपोनेंट ने जो कि हर एक पेपर दे विच ऑलमोस्ट 40 to 50% सिलेबस कवर करते हैं। ठीक है ना। उस तो बाद देखो 10 बजे मैथ चलता रहूगा, लास्ट वाली क्लास रीजनिंग दी चलती रहूगी। सेंटर दे विच जो पंजाब जीके खत्म होएगी तो इंग्लिश दी क्लास आ जाएगी। विकास सर क्लास लैणगे तुहाडी, है ना। विकास सर नूं तुसीं जाणदे हो, जिस विच पहला लेक्चर होगा पार्ट ऑफ स्पीच, फिर टेंस, सब्जेक्ट वर्ब एग्रीमेंट, कंडीशनल सेंटेंसेस ने, चेंज दी वॉइस, कंजंक्शन, प्रीपोजिशन, नरेशन, एडजेक्टिव, एडवर्ब्स, आर्टिकल, रीडिंग कॉम्प्रीहेंशन। तो यही चीज़ां पूछिया जांदियां ने पेपर दे विच, है ना। तो यही चीज़ आऊगी। उस तो बाद जदों इंग्लिश तुहाडी खत्म होएगी तो इधर देखो तो मैथ चलता पिया, और इत्थे आगे देखो रीजनिंग भी खत्म हो चुकी है, नॉन वर्बल रीजनिंग भी होगी, सारा खत्म हो चुका है। ठीक है ना। तो बेटा उस तो बाद इधर शुरू होएगा सेंटर दे विच, मतलब 12 बजे वाली क्लास शुरू होएगी इकोनॉमी दी, एक करवाउणगे भुपिंदर सर। ठीक है जी। और दूजे पासे शुरू होएगी इधर पॉलिटी करवाउणगे रोहित सर। तो अगर तुसीं गल करो इकोनॉमी दी क्लास दी, सब कुछ लिखा होया, इंट्रोडक्शन टू इकोनॉमी, प्लानिंग ऑफ इंडिया, नेशनल इनकम, इस तो इलावा मॉनेटरी पॉलिसी, बजट एंड टैक्सेशन, पॉवर्टी एंड इंटरनेशनल फाइनेंशियल इंस्टीट्यूशंस, इंफ्रास्ट्रक्चर, इन्फ्लेशन एंड फाइनेंशियल रेगुलेटरीज, तो सारा कुछ तुहानूं इकोनॉमी दे विच कराया जाएगा। सिमिलरली अगर पॉलिटी की गल करिए तो पॉलिटी दे विच मेकिंग ऑफ कॉन्स्टिट्यूशन, प्रीएम्बल एंड सिटीजनशिप, फंडामेंटल राइट्स, डायरेक्टिव प्रिंसिपल, स्टेट पॉलिसीज, फंडामेंटल ड्यूटीज, यूनियन एग्जीक्यूटिव, उसके बाद पार्लियामेंट है, टाइप्स ऑफ बिल्स है, सुप्रीम कोर्ट, स्टेट एग्जीक्यूटिव, हाई कोर्ट, पंचायती राज एंड मिसलेनियस टॉपिक। ते सारा पॉलिटी का साडा सिलेबस हुंदा है, भी तुहानूं कवर करवाया जाएगा पूरा डेडिकेटली प्रॉपर। उस तो बाद फिर आएंगे योगेश सर।
ਯੋਗੇਸ਼ ਸਰ ਤੁਹਾਨੂੰ ਕਰਾਣਗੇ ਐਂਸ਼ੀਐਂਟ ਐਂਡ ਮਿਡਾਈਵਲ ਹਿਸਟਰੀ, ਜਿਸ ਦੇ ਵਿੱਚ ਕੀ ਆਏਗਾ ਸਾਡੇ ਕੋਲੋਂ ਇੰਡਸ ਵੈਲੀ ਸਿਵਲਾਈਜੇਸ਼ਨ, ਵੈਦਿਕ ਪੀਰੀਅਡ, ਬੁੱਧਿਜ਼ਮ ਐਂਡ ਜੈਨਿਜ਼ਮ, ਮਗਧਾ ਐਮਪਾਇਰ, ਗੁਪਤਾ ਪੀਰੀਅਡ, ਜੋ ਅਦਰ ਡਾਇਨੈਸਟੀਜ਼ ਨੇ ਜਿਵੇਂ ਸਾਊਥ ਦੇ ਵਿੱਚ ਸੀਗਾ ਵਿਜੇਨਗਰ ਸੀਗਾ, ਚੋਲਾ ਸੀਗੇ, ਉਹ ਸਾਰਾ ਕੁਝ ਇਹਦੇ ਵਿੱਚ ਆ ਜਾਏਗਾ। ਫਿਰ ਆਊਗਾ ਦਿੱਲੀ ਸਲਤਨਤ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਸਲਤਨਤ ਦੀ ਵੀ ਸ਼ੁਰੂਆਤ ਹੋ ਗਈ ਸੀਗੀ, ਠੀਕ ਹੈ, ਸਲੇਵ ਡਾਇਨੈਸਟੀ ਤੋਂ ਲੈ ਕੇ ਲਾਸਟ ਦੇ ਵਿੱਚ ਲੋਧੀ ਡਾਇਨੈਸਟੀ ਤੱਕ ਪੂਰਾ ਹੈ ਨਾ। ਉਸ ਤੋਂ ਮੁਗਲ ਐਮਪਾਇਰ ਹੈ, ਮੁਗਲਸ ਦੇ ਵਿੱਚ ਆਪਣਾ ਬਾਬਰ ਤੋਂ ਲੈ ਕੇ ਲਾਸਟ ਔਰੰਗਜ਼ੇਬ ਤੱਕ, ਠੀਕ ਹੈ, ਔਰ ਲੇਟਰ ਮੁਗਲਸ ਦੀ ਵੀ ਥੋੜੀ ਬਹੁਤ ਗੱਲ ਹੋਏਗੀ ਇਹਦੇ ਵਿੱਚ। ਨੈਕਸਟ ਆਊਗਾ ਸਾਡੇ ਕੋਲੋਂ ਮਾਡਰਨ ਹਿਸਟਰੀ ਕਰਾਉਣਗੇ ਰੋਹਿਤ ਸਰ, ਜਿਸ ਵਿੱਚ ਐਡਵੈਂਟ ਆਫ ਯੂਰੋਪੀਅਨ, ਮਤਲਬ ਯੂਰੋਪੀਅਨ ਜਿਹੜੇ 1498 ਦੇ ਵਿੱਚ ਇੰਡੀਆ ਦੇ ਵਿੱਚ ਆਣਾ ਸ਼ੁਰੂ ਹੋ ਗਏ ਸੀਗੇ, ਉਹ ਤੋਂ ਲੈ ਕੇ ਆਪਣਾ ਇੰਡੀਪੈਂਡੈਂਸ ਤੱਕ ਹੈ ਨਾ, ਜਾਨੀ ਕਿ ਇੰਪੋਰਟੈਂਟ ਵੋਰਸ ਜੋ ਹੋਈਆਂ, ਕਾਰਨੇਟਿਕ ਵੋਰਸ ਨੇ, ਐਂਗਲੋ ਮੈਸੂਰ ਵੋਰਸ ਹੋ ਗਈਆਂ, ਮਰਾਠਾ ਵੋਰਸ ਨੇ, ਆਪਣਾ ਐਂਗਲੋ ਸਿੱਖ ਵੋਰਸ ਨੇ, ਇਹ ਸਾਰੀਆਂ ਵੋਰਸ ਨੇ, ਪਲਾਸੀ ਦੀ ਲੜਾਈ ਹੋ ਗਈ, ਬਕਸਰ ਦੀ ਲੜਾਈ ਹੋ ਗਈ, ਸਾਰੀ ਇਹਦੇ ਵਿੱਚ ਆ ਜਾਏਗੀ। ਪਲੱਸ ਆਪਣਾ ਨੈਸ਼ਨਲ ਮੂਵਮੈਂਟਸ ਆ ਜਾਣਗੀਆਂ, ਜਿਹੜੀਆਂ ਮੂਵਮੈਂਟਸ ਹੋਈਆਂ ਸੀਗੀਆਂ ਫਰੀडम स्ट्रगल तो बाद भी, उस तो पहला भी पाइका रिविलियंस वगैरह सारा कुछ आएगा ਇਹਦੇ ਵਿੱਚ। then after revolt of 1857 then Indian National Congress and partition of Bengal, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੀ ਬਣ ਗਈ ਸੀਗੀ 1885 ਦੇ ਵਿੱਚ, ਤਾਂ ਉਸ ਤੋਂ ਬਾਅਦ ਪਾਰਟੀਸ਼ਨ ਆਫ ਬੰਗਾਲ 1905। then after ਕੀ ਲਿਖਿਆ ਹੋਇਆ ਇਹਦੇ ਵਿੱਚ, ਮਾਡਰਨ ਹਿਸਟਰੀ 1905 ਤੋਂ ਲੈ ਕੇ 1915 ਤੱਕ ਜਿੰਨੇ ਵੀ ਮੂਵਮੈਂਟ ਵਗੈਰਾ ਹੋਏ ਨੇ ਉਹ ਸਾਰਾ ਕੁਝ ਇਹਦੇ ਵਿੱਚ ਆਊਗਾ। then after ਮਾਡਰਨ ਹਿਸਟਰੀ ਗੱਲ ਕਰੀਏ, ਗਾਂਧੀ ਇਨੀਸ਼ੀਅਲ ਮੂਵਮੈਂਟਸ, ਤੋਂ ਗਾਂਧੀ ਜੀ ਜਦੋਂ ਆਏ ਸੀਗੇ ਇੰਡੀਆ ਦੇ ਵਿੱਚ ਵਾਪਸ, ਤਾਂ ਉਹਨਾਂ ਨੇ ਜਿਹੜੇ ਇਨੀਸ਼ੀਅਲ ਮੂਵਮੈਂਟ ਕੀਤੇ ਸੀਗੇ ਉਹ ਸਾਰੇ ਆਉਣਗੇ ਇਹਦੇ ਵਿੱਚ। ਦੈਨ ਆਫਟਰ CDM and RTC, ਠੀਕ ਹੈ ਜੀ, ਆਪਣਾ ਰਾਉਂਡ ਟੇਬਲ ਕਾਨਫਰੰਸ ਵਗੈਰਾ ਹੈਗੀ ਹੈ ਜਿਹੜੀ, ਉਸ ਦੇ ਬਾਰੇ ਗੱਲ ਹੋ ਰਹੀ ਹੈ ਇਹ। ਦੈਨ ਗਵਰਨਮੈਂਟ ਆਫ ਇੰਡੀਆ ਐਕਟ ਐਂਡ ਟੂ ਨੇਸ਼ਨ ਥਿਊਰੀ ਇੰਡੀਆ ਐਂਡ ਪਾਕਿਸਤਾਨ ਦੀ ਗੱਲ ਹੋ ਰਹੀ ਹੈ, ਠੀਕ ਹੈ ਇੱਥੇ। ਦੈਨ ਆਫਟਰ ਇੰਡੀਪੈਂਡੈਂਸ ਐਂਡ ਮਿਸਲੀਨੀਅਸ ਟੌਪਿਕਸ, ਜਿਹੜੇ ਮਿਸਲੇਨੀਅਸ ਟੌਪਿਕਸ ਨੇ ਇਹਦੇ ਵਿੱਚ MCQ ਵਗੈਰਾ ਡਿਸਕਸ ਹੋਣਗੇ। ਇਸ ਤਰੀਕੇ ਨਾਲ ਪੂਰੀ ਮਾਡਰਨ ਹਿਸਟਰੀ ਖਤਮ ਹੋਊਗੀ। ਔਰ ਦੂਜੇ ਪਾਸੇ ਅਗਰ ਇੱਧਰ ਦੇਖੋਗੇ ਤਾਂ ਬਈ ਪੋਲਿਟੀ ਤੁਹਾਨੂੰ ਦੱਸਦੀ ਸੀਗੀ, ਇੱਧਰ ਜਿਓਗ੍ਰਾਫੀ ਆ ਜਾਏਗੀ। ਦੂਜੇ ਪਾਸੇ ਭੁਪਿੰਦਰ ਸਰ ਹੀ ਕਰਾਉਣਗੇ ਜਿਓਗ੍ਰਾਫੀ ਵੀ ਤੁਹਾਨੂੰ, ਠੀਕ ਹੈ। ਇਸ ਵਿੱਚ ਸੋਲਰ ਸਿਸਟਮ, ਲੌਂਗੀਟਿਊਡ, ਲੈਟੀਟਿਊਡ, ਅਰਥ ਐਂਡ ਵੋਲਕੈਨਿਜ਼ਮ, ਦੈਨ ਆਫਟਰ ਐਟਮੋਸਫੇਅਰ ਐਂਡ ਵਿੰਡ ਸਿਸਟਮ, ਓਸ਼ੈਨੋਗ੍ਰਾਫੀ, ਹਿਮਾਲਿਆਸ, ਪਲੇਨਸ ਐਂਡ ਪਲੇਟੂਜ਼, ਡਰੇਨੇਜ ਸਿਸਟਮ ਆਫ ਇੰਡੀਆ, ਜਿਹਦੇ ਵਿੱਚ ਰਿਵਰ ਵਗੈਰਾ ਸਾਰੇ ਹੁੰਦੇ ਨੇ, ਠੀਕ ਹੈ। ਦੈਨ ਆਫਟਰ ਕਲਾਈਮੇਟ ਐਂਡ ਐਗਰੀਕਲਚਰ ਐਂਡ ਇੰਡਸਟਰੀਜ਼, ਤਾਂ ਇਹ ਰਹਿਣਗੇ ਸਾਡੇ ਜਿਓਗ੍ਰਾਫੀ ਦੇ, ਠੀਕ ਹੈ। ਉਸ ਤੋਂ ਬਾਅਦ ਸਾਡੀ ਬਾਇਓਲੋਜੀ ਸ਼ੁਰੂ ਹੋ ਜਾਏਗੀ ਇੱਕ ਸਾਈਡ। ਤਾਂ ਬਾਇਓਲੋਜੀ ਦੇ ਵਿੱਚ ਕੀ ਆਊਗਾ ਸਾਡੇ ਕੋਲੋਂ, ਸਾਇੰਸ, ਬਾਇਓਲੋਜੀ ਦੇ 3-4 ਪਾਰਟ ਹੋਣਗੇ, ਫਿਜ਼ਿਕਸ ਦੇ 3 ਪਾਰਟ ਹੋਣਗੇ, ਕੈਮਿਸਟਰੀ ਦੇ 2 ਪਾਰਟ ਹੋਣਗੇ, ਠੀਕ ਹੈ। ਦੂਜੇ ਪਾਸੇ ਅਗਰ ਇੱਥੇ ਦੇਖੋਗੇ ਤਾਂ ਪੰਜਾਬੀ ਸ਼ੁਰੂ ਹੋ ਜਾਏਗੀ ਬੱਚੇ। ਲਾਸਟ ਦੇ ਵਿੱਚ ਪੰਜਾਬੀ ਦੀਆਂ ਕਲਾਸਿਸ ਰੱਖੀਆਂ ਹੋਈਆਂ ਨੇ 4-4 ਘੰਟੇ ਦੀਆਂ, ਕਿਉਂਕਿ ਪੰਜਾਬੀ ਗ੍ਰਾਮਰ ਕੋਈ ਜ਼ਿਆਦਾ ਔਖਾ ਪਾਰਟ ਨਹੀਂ ਹੈਗਾ। ਨੋਰਮਲ ਇੱਕ ਪੰਜਾਬੀ ਜੋ ਬੱਚਾ ਹੈ, ਪੰਜਾਬੀ ਜ਼ਿਆਦਾ ਔਖੀ ਨਹੀਂ ਲੱਗਦੀ ਉਹਨੂੰ, ਠੀਕ ਹੈ ਨਾ, ਉਹ ਖੁਦ ਵੀ ਅਗਰ ਪੜ੍ਹੇਗਾ ਸਮਝ ਆ ਜਾਏਗੀ ਈਜ਼ੀਲੀ। ਬਟ ਸਟਿਲ ਜੋ ਟੈਕਨੀਕਲ ਟਰਮਸ ਹੈ ਅਸੀਂ ਤੁਹਾਨੂੰ ਕਰਾਵਾਂਗੇ। ਉਸ ਤੋਂ ਬਾਅਦ ਆਏਗਾ ਕੰਪਿਊਟਰ ਦਾ ਪਾਰਟ। ਕੰਪਿਊਟਰ ਤੁਹਾਨੂੰ ਮੈਂ ਹੀ ਕਰਾਉਂਗਾ ਇਹਦੇ ਵਿੱਚ, ਜਿਹਦੇ ਵਿੱਚ ਕੀ ਹੈ ਇੱਥੇ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰ। ਇਹ ਕੰਪਿਊਟਰ ਸ਼ੁਰੂ ਹੋ ਗਿਆ ਇੱਥੇ, ਹਿਸਟਰੀ ਐਂਡ ਜਨਰੇਸ਼ਨ ਆਫ ਕੰਪਿਊਟਰਸ, ਹਾਰਡਵੇਅਰ ਐਂਡ ਮੈਮਰੀ, ਸੌਫਟਵੇਅਰ, ਨੰਬਰ ਸਿਸਟਮ, ਜਿਹਦੇ ਵਿੱਚ ਆਪਣਾ ਔਕਟਲ ਨੰਬਰਸ ਨੇ, ਬਾਈਨਰੀ ਨੰਬਰਸ ਨੇ, ਹੈਕਸਾਡੈਸੀਮਲ, ਡੈਸੀਮਲ ਨੰਬਰਸ ਨੇ, ਕਨਵਰਜਨ ਕਿੱਦਾਂ ਹੁੰਦੀ ਹੈ, ਕਿਉਂਕਿ ਇਹ ਪੇਪਰ 'ਚ ਕੁਐਸਚਨ ਆਉਂਦਾ ਹੁੰਦਾ। ਉਸ ਤੋਂ ਬਾਅਦ ਨੈਟਵਰਕਿੰਗ ਦੀਆਂ 2 ਕਲਾਸਿਸ ਹੋਣਗੀਆਂ, ਇੰਟਰਨੈਟ ਦੀ ਕਲਾਸ ਹੋਏਗੀ ਇੱਕ, डेटाबेस मैनेजमेंट सिस्टम, मोबाइल फोन्स एंड देयर वर्किंग, MS ऑफिस ਦੀਆਂ 2 ਕਲਾਸਿਸ ਹੋਣਗੀਆਂ। ਔਰ ਇਸ ਤਰੀਕੇ ਦੇ ਨਾਲ ਪਲੱਸ ਇਹਦੇ ਵਿੱਚ ਇੱਕ ਕਲਾਸ ਹੋਰ ਹੋਏਗੀ GPS ਦੇ ਉੱਤੇ ਵੀ, GPS ਦੇ ਉੱਤੇ ਵੀ ਇੱਕ ਕਲਾਸ ਹੋਏਗੀ, ਠੀਕ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਪੂਰਾ ਸਿਲੇਬਸ ਤੁਹਾਡਾ ਖਤਮ ਕਰਾਇਆ ਹੋਇਆ ਹੈ ਟਿਲ 24 ਨਵੰਬਰ। ਬਟ ਇਹ ਟੈਂਟੇਟਿਵ ਸ਼ੈਡਿਊਲ ਹੁੰਦਾ, 1-2 ਦਿਨ ਉੱਪਰ ਨੀਚੇ ਹੋ ਸਕਦੇ ਨੇ, ਠੀਕ ਹੈ, ਪਰ ਇਹ ਤੋਂ ਜ਼ਿਆਦਾ ਨਹੀਂ ਹੋਣਗੇ। ਕਲੀਅਰ। ਇਹਦੇ ਵਿੱਚ ਜਿਹੜੀਆਂ ਛੁੱਟੀਆਂ ਨੇ, ਛੁੱਟੀਆਂ ਆਲਰੇਡੀ ਮੈਂਸ਼ਨ ਕੀਤੀਆਂ ਹੋਈਆਂ ਨੇ, ਇਦਾਂ ਨਹੀਂ ਹੈ ਕਿ ਤੁਹਾਨੂੰ ਇਹਦੇ ਵਿੱਚ ਕੋਈ ਛੁੱਟੀ ਹੋਏਗੀ। ਅਗਰ 15 ਨਵੰਬਰ ਨੂੰ डेटाबेस मैनेजमेंट सिस्टम ਦੀ ਕਲਾਸ ਹੈ ਤਾਂ DBMS ਦੀ ਕਲਾਸ ਹੀ ਹੋਏਗੀ। ਮਾਡਰਨ ਹਿਸਟਰੀ ਦੇ ਵਿੱਚ ਗਾਂਧੀ ਇਨੀਸ਼ੀਅਲ ਮੂਵਮੈਂਟ ਹੀ ਹੋਏਗਾ, ਔਰ ਸਾਇੰਸ ਦੇ ਵਿੱਚ ਬਾਇਓਲੋਜੀ ਦੀ ਪਹਿਲੀ ਕਲਾਸ ਹੋਏਗੀ, ਉਹੀ ਚੀਜ਼ ਹੋਏਗੀ, ਠੀਕ ਹੈ। ਔਰ ਸਾਇੰਸ ਤੁਹਾਨੂੰ ਕਰਾਉਣਗੇ ਆਕਾਂਸ਼ਾ ਮੈਡਮ, ਠੀਕ ਹੈ। ਤਾਂ ਇਹ ਸਾਰੇ ਮੈਂ ਆਪਣਾ ਫੈਕਲਟੀ ਦੇ ਬਾਰੇ ਵੀ ਤੁਹਾਨੂੰ ਇੰਟਰੋਡਿਊਸ ਕਰਵਾ ਦਿੱਤਾ ਆਈ ਥਿੰਕ ਸਾਰਿਆਂ ਨੂੰ। ਪਲੱਸ ਤੁਹਾਨੂੰ ਇਹ ਵੀ ਪਤਾ ਚੱਲ ਗਿਆ ਹੋਏਗਾ ਕਿ ਕੋਰਸ ਅਸੀਂ ਕਿਸ ਤਰੀਕੇ ਦੇ ਨਾਲ ਰਨ ਕਰ ਰਹੇ ਹਾਂ, ਠੀਕ ਹੈ। ਹੁਣ ਨੈਕਸਟ ਦੇਖੋ ਬੱਚੇ, ਇਹ ਕੋਰਸ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਮੈਂ ਇਹ ਵੀ ਸਮਝਦਾ ਹਾਂ ਕਿ ਤੁਸੀਂ ਪੰਜਾਬ ਦੇ ਕਿਸੇ ਵੀ, ਹੋ ਸਕਦਾ ਦੂਰ ਵੀ ਰਹਿੰਦੇ ਹੋਵੋ, ਤਾਂ ਇਸ ਕਰਕੇ ਤੁਹਾਨੂੰ 7-8 ਦਿਨ ਦਾ ਟਾਈਮ ਵੀ ਹੈ। ਤੁਸੀਂ ਅਗਰ ਸ਼ਿਫਟ ਵੀ ਕਰਨਾ ਹੋਇਆ ਤਾਂ ਈਜ਼ੀਲੀ ਕਰ ਸਕਦੇ ਹੋ। 3 ਮਹੀਨੇ ਦਾ ਕੋਰਸ ਹੈ। ਅਗਰ 3 ਮਹੀਨੇ ਵੀ ਤੁਸੀਂ ਅਗਰ ਇੱਥੇ ਆ ਕੇ ਪੜ੍ਹਦੇ ਹੋ ਤਾਂ ਤੁਹਾਨੂੰ ਇੱਕ ਅਲੱਗ ਹੀ ਲੈਵਲ ਦਾ ਮਾਹੌਲ ਮਿਲੇਗਾ, ਕਿਉਂਕਿ ਇੱਥੇ ਜਿੰਨੇ ਵੀ ਬੱਚੇ ਪੜ੍ਹਨ ਆਉਂਦੇ ਨੇ ਉਹਨਾਂ ਦਾ ਇੱਕੋ ਹੀ ਟਾਰਗੇਟ ਹੁੰਦਾ ਹੈ, ਗਵਰਨਮੈਂਟ ਜੋਬ ਲੈਣਾ, ਹੈ ਨਾ। ਉਹ ਇਨਵਾਇਰਨਮੈਂਟ ਬਹੁਤ ਵੱਡੀ ਚੀਜ਼ ਹੁੰਦੀ ਹੈ। ਘਰ ਬੈਠ ਕੇ ਕਈ ਵਾਰ ਕੀ ਹੁੰਦਾ, ਘਰਾਂ ਦੇ ਕੰਮ ਕਰਨੇ ਨੇ, ਹੈ ਨਾ, ਇੱਧਰ ਉੱਧਰ ਜਾਣਾ ਹੈ। ਬਟ ਜਦੋਂ ਤੁਸੀਂ ਇੱਥੇ ਆ ਗਏ ਤਾਂ ਇੱਥੇ ਸਿਰਫ ਪੜ੍ਹਨ ਹੀ ਆਏ ਹੋ, है ना। तो एक साढ़े को टारगेट होंगे फिक्स कि हाँ इन्ने टाइम क्लास लगानी, इन्ना टाइम पढ़ना है।
ਐਕਸਟਰਾ ਕੁਰਿਕੂਲਰ ਐਕਟੀਵਿਟੀਜ਼ ਕੋਈ ਵੀ ਨਹੀਂ ਹੁੰਦੀਆਂ ਇੱਥੇ, ਹੈ ਨਾ। ਤਾਂ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ, ਅੱਜ ਹੀ ਰਜਿਸਟਰ ਕਰੋ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਏਗਾ, ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਅਗਰ ਇਸ ਤੇ ਲਿੰਕ ਕਲਿੱਕ ਕਰਦੇ ਹੋ ਤਾਂ 500 ਰੁਪੀਸ ਚਾਰजेस ਨੇ ਇਹਦੇ, ठीक है, फॉर रजिस्ट्रेशन। क्योंकि लिमिटेड सीट्स ने, ऑफलाइन बैच है तो लिमिटेड सीट्स होणगियां, ऑनलाइन की तरह नहीं है कि जिन्ने भी बच्चे आएंगे अकोमोडेट हो जाएंगे। बट ऑफलाइन ਦੇ ਵਿੱਚ ਕੀ ਹੁੰਦਾ ਕਿ ਇੱਕ ਪਾਰਟਿਕੂਲਰ ਕਲਾਸਰੂਮ ਹੁੰਦਾ, ਔਰ ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਜ਼ਿਆਦਾ ਬੱਚੇ ਪਹਿਲੇ ਬੈਚ ਦੇ ਵਿੱਚ ਪੜਾਈਏ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਪਰਸਨਲ ਅਟੈਂਸ਼ਨ ਦਿੱਤੀ ਜਾਵੇ। ਆਫਲਾਈਨ ਬੈਚ ਦਾ ਜੋ ਮੋਟਿਵ ਹੁੰਦਾ ਹੈ ਉਹ ਫੁੱਲਫਿਲ ਹੋਣਾ ਚਾਹੀਦਾ ਹੈ। ਅਗਰ ਮੰਨ ਲਓ ਬੈਚ ਦੇ ਵਿੱਚ 200 ਬੱਚਾ ਪੜੇਗਾ ਤਾਂ ਓਬਵੀਅਸਲੀ ਕਿ 200 ਬੱਚੇ ਨੂੰ ਅਸੀਂ ਡਾਊਟ ਉਹ ਨਹੀਂ ਪੁੱਛ ਸਕਦਾ ਸਾਨੂੰ 200 ਬੱਚਿਆਂ ਦੇ ਵਿੱਚ, ਹੈ ਨਾ। ਲੇਕਿਨ ਅਗਰ 40-50 ਬੱਚਿਆਂ ਦੀ ਕਲਾਸ ਹੋਏ, 30-40-50 ਬੱਚਿਆਂ ਦੀ ਕਲਾਸ ਹੋਵੇ ਤਾਂ ਈਜ਼ੀਲੀ 1-on-1 ਡਾਊਟ ਸੈਸ਼ਨ ਹੋ ਸਕਦੇ ਨੇ, ਜਾਂ ਫਿਰ ਕੋਈ ਵੀ ਇੰਟਰੈਕਸ਼ਨ ਹੋ ਸਕਦੀ ਹੈ। ਤਾਂ ਹੁਣੇ ਤੁਸੀਂ ਰਜਿਸਟਰ ਕਰੋ, ਜਿਵੇਂ ਸਾਡੀਆਂ 30 ਜਾਂ 40 ਸੀਟਾਂ ਹੋਣਗੀਆਂ ਨਾਲ ਦੀ ਨਾਲ ਅਸੀਂ ਰਜਿਸਟ੍ਰੇਸ਼ਨ ਬੰਦ ਕਰ ਦਾਂਗੇ। ਤਾਂ ਫਸਟ ਕਮ ਫਸਟ ਸਰਵ ਵਾਲਾ ਸਿਸਟਮ ਹੋਊਗਾ ਐਂਡ ਉਹੀ ਚੀਜ਼ ਅਸੀਂ ਫੋਲੋ ਕਰਾਂਗੇ। ਬਾਕੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਹੋਏਗਾ ਆਫਲਾਈਨ ਬੈਚ ਦਾ, ਤੁਸੀਂ ਹੁਣੇ ਰਜਿਸਟਰ ਕਰ ਸਕਦੇ ਹੋ। ਵਿਜ਼ਿਟ ਕਰਨਾ ਚਾਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਇੰਸਟੀਚਿਊਟ ਨੂੰ ਵੀ। ਇੰਸਟੀਚਿਊਟ ਦਾ ਜਿਹੜਾ ਐਡਰੈਸ ਹੈ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਬਾਕੀ ਹੁਣ ਅਸੀਂ ਨੈਕਸਟ ਕਲਾਸ ਦੇ ਵਿੱਚ ਮਿਲਾਂਗੇ, ਨੈਕਸਟ ਕਿਸੇ ਹੋਰ ਟੌਪਿਕ ਤੇ ਡਿਸਕਸ ਕਰਨ ਲਈ। ਧੰਨਵਾਦ ਜੀ, ਥੈਂਕ ਯੂ ਵੈਰੀ ਮਚ।